गुरु जी दी साजी नवाजी, गुरु रूप गुरु प्यारी साध संगत जी। वाहिगुरु जी का खालसा, वाहिगुरु जी की फतेह। गुरमुख प्यारिओ, जो आपां नूं सतगुरु गुरबाणी गुरु राही उपदेश बख्शिश कर रहे, सानूं समझाउंदे भी साडे सारिਆਂ ਦੇ जीवन का जो मनोरथ, वो मनोरथ की है तो किवें असीं इस अपने मनोरथ नूं पूरा कर सकते, किवें असीं जिउंदे जी मुक्त होईए, किवें असीं मालक नाल मिलाप करीए, ताकि जिहड़ा साडा आवागाउण दा चक्कर जो असी वार वार कारां दे विच आ रहे हैं, साडा 84 का चक्कर जिहड़ा ये खत्म हो जाए, असी दोबारा वापस फिर ना आईए, असी मालक दे विच लीन हो जाइए, उहदे विच समा जाइए। सारी गुरबाणी गुरु विच हुण आपां नूं इहो भेद दित्ता भी किवें ये सारा जिहड़ा ब्रह्म तो पसारा होया, किवें असीं एक तो हुण निरंकार तो आकार विच आए, किवें एक तो अनेक रूप विच प्रगट होए, हुण वापस किवें असीं ये आकार नूं छड्ड के फिर वो एक दे विच समाउणा। ये फिर सानू सारा भेद दिता, एक परमात्मा निरंकार, हुण आकार दे विच असीं आ चुके, ते हुण असीं ये आकार नूं छड्ड के आकार तो उपर उठ के वापस असीं एक नूं मिल
ਜੋ ਆਵਾ ਪੜ੍ਹਦੇ ਸਤਿਗੁਰੂ ਸ਼ੁਰੂਆਤ ਹੀ ਇੱਥੋਂ ਕਰਤੀ। ਇੱਕ ਓਅੰਕਾਰ, ਇੱਕ ਪਰਮਾਤਮਾ ਹੈ। ਆਕਾਰ ਦੇ ਵਿੱਚ ਹੁਣ ਆਪਾਂ ਆ ਚੁੱਕੇ। ਹੁਣ ਓਅੰਕਾਰ ਦਾ ਜਿਹੜਾ ਮੂੰਹ ਤਾਈਓਂ ਉੱਪਰੋਂ ਖੁੱਲ੍ਹਾ ਛੱਡਿਆ, ਬੰਦ ਨਹੀਂ ਕੀਤਾ, ਉੱਪਰੋਂ ਖੁੱਲ੍ਹਾ, ਆ ਕੇ ਅਸੀਂ ਇਹਨਾਂ ਤ੍ਰੈ ਗੁਣਾਂ ਤੋਂ ਉੱਪਰ ਉੱਠੀ, ਅਸੀਂ ਚੌਥੇ ਪਦ ਵਿੱਚ ਆਈਏ ਅਤੇ ਇੱਕ ਨੂੰ ਮਿਲੀਏ। ਅਸੀਂ ਇਹ ਆਕਾਰ ਤੋਂ, ਸਰੀਰ ਤੋਂ ਉੱਪਰ ਉੱਠੀਏ ਅਤੇ ਮਾਲਕ ਨੂੰ ਮਿਲੀਏ, ਉਹਦੇ ਵਿੱਚ ਸਮਾਈਏ। ਫਿਰ ਸਾਰਾ ਇਸੇ ਦਾ ਹੀ ਸਾਨੂੰ ਅੱਗੇ ਵਿਖਿਆਨ ਕਰਕੇ ਸਾਰਾ ਭੇਦ ਦਿੱਤਾ ਵੀ ਇੱਕ ਤੋਂ ਕਿਵੇਂ ਆਕਾਰ ਵਿੱਚ ਆਏ ਹਾਂ, ਹੁਣ ਆਕਾਰ ਵਿੱਚ ਆ ਚੁੱਕੇ ਹਾਂ ਅਤੇ ਵਾਪਸ ਕਿਵੇਂ ਫਿਰ ਇੱਕ ਦੇ ਵਿੱਚ ਲੀਨ ਹੋਣਾ, ਇੱਕ ਦੇ ਵਿੱਚ ਸਮਾਉਣਾ। ਫਿਰ ਉਹੀਓ ਸਾਰਾ ਭੇਦ ਸਾਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਗੁਰਬਾਣੀ ਗੁਰੂ ਰਾਹੀਂ ਦਿੱਤਾ ਵੀ ਕਿਵੇਂ ਅਸੀਂ ਮਾਲਕ ਤੋਂ ਵਿਛੜੇ, ਕਿਵੇਂ ਹੁਣ ਅਸੀਂ ਵਾਪਸ ਫਿਰ ਮਿਲਾਪ ਕਰ ਸਕਦੇ। ਜਦੋਂ ਅਸੀਂ ਇਸ ਮਾਰਗ ਦੇ ਉੱਤੇ ਚੱਲਾਂਗੇ ਸਾਨੂੰ ਕੀ ਕੀ ਰੁਕਾਵਟਾਂ ਆਉਣਗੀਆਂ, ਫਿਰ ਉਹ ਰੁਕਾਵਟਾਂ ਨੂੰ ਅਸੀਂ ਕਿਵੇਂ ਪਾਸੇ ਕਰਨਾ, ਫਿਰ ਕੀ ਕੀ ਨਿਸ਼ਾਨੀਆਂ ਪ੍ਰਗਟ ਹੋਣਗੀਆਂ, ਉਹ ਸਾਰਾ ਸਾਨੂੰ ਲਿਖਤੀ ਰੂਪ ਵਿੱਚ ਦੱਸ ਦਿੱਤਾ ਭਗਤਾਂ ਨੇ। ਅਤੇ ਉੱਪਰ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਦਿੱਤੀ ਸਤਿਗੁਰੂ ਦੀ ਵੀ ਜੋ ਵੀ ਇਹ ਭਗਤ ਜਨ ਦੱਸ ਰਹੇ, ਜੇ ਅਸੀਂ ਇਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਾਂਗੇ ਅਤੇ ਅਸੀਂ ਮਾਲਕ ਦੇ ਨਾਲ ਮਿਲਾਪ ਕਰ ਲਾਂਗੇ। ਹੁਣ ਭਗਤਾਂ ਦੇ ਅੰਦਰ ਸਿਰਫ ਇਹ ਤੜਫ ਹੀ ਸੀ, ਵਿਰਾਗ ਸੀ ਮਾਲਕ ਨੂੰ ਮਿਲਣ ਦਾ। ਉਹਨਾਂ ਕੋਲ ਕੋਈ ਲਿਖਤ ਨਹੀਂ ਸੀ। ਜਿਵੇਂ ਹੁਣ ਆਪਣੇ ਕੋਲ ਤਾਂ ਗੁਰਬਾਣੀ ਗੁਰੂ ਨੇ ਆਪਾਂ ਨੂੰ ਸਾਰਾ ਕੁਛ ਦੱਸ ਰਹੇ, ਜੋ ਆਪਾਂ ਪੁੱਛਾਂਗੇ ਸਾਨੂੰ ਭੇਦ ਦੇ ਰਹੇ, ਸਮਝਾ ਰਹੇ। ਉਹਨਾਂ ਕੋਲ ਉਦੋਂ ਗੁਰਬਾਣੀ ਨਹੀਂ ਸੀ, ਉਹਨਾਂ ਕੋਲ ਕੋਈ ਲਿਖਤ ਨਹੀਂ ਸੀ। ਸਿਰਫ ਉਹਨਾਂ ਦੇ ਅੰਦਰ ਤੜਫ ਹੀ ਸੀ, ਵਿਰਾਗ ਸੀ ਵੀ ਅਸੀਂ ਪਰਮਾਤਮਾ ਨੂੰ ਮਿਲੀਏ ਜਿਹਨੇ ਸਾਨੂੰ ਪੈਦਾ ਕੀਤਾ। ਉਹ ਕਿੱਥੇ ਵੱਸਦਾ, ਕਿੱਥੇ ਰਹਿੰਦਾ, ਕਿਵੇਂ ਉਹਨੂੰ ਮਿਲ ਸਕਦੀ। ਫਿਰ ਉਹਨਾਂ ਨੇ ਜਦੋਂ ਸੰਸਾਰ ਦੇ ਵਿੱਚ ਜੀਵ ਆਉਂਦਾ ਹੈ, ਬੱਚਾ ਆਉਂਦਾ, ਉਹਦਾ ਜਨਮ ਹੁੰਦਾ, ਉਹ ਉਹਨਾਂ ਨੇ ਦੇਖਿਆ ਵੀ ਇਹ ਸੰਸਾਰ ਦੇ ਵਿੱਚ ਵੀ ਇੱਥੇ ਨਵਾਂ ਨਵਾਂ ਆਇਆ ਹੈ, ਵੀ ਇਹ ਜ਼ਰੂਰ ਕੋਈ ਨਾ ਕੋਈ ਵਿਧੀ ਤਰੀਕਾ ਅਪਣਾਏਗਾ ਪਰਮਾਤਮਾ ਨੂੰ ਮਿਲਣ। ਫਿਰ ਉਹਨਾਂ ਨੇ ਬੱਚੇ ਵੱਲ ਦੇਖਿਆ ਵੀ ਉਹ ਕਰਦਾ ਕੀ। ਹੁਣ ਉਹ ਬੱਚਾ ਜਿਹੜਾ ਉਹ ਆਪ ਹੀ ਹੱਸਦਾ ਅਤੇ ਆਪ ਹੀ ਉਹ ਰੋਣ ਵਰਗਾ ਮੂੰਹ ਕਰ ਲੈਂਦਾ, ਹਾਲਾਂਕਿ ਉਹ ਇੱਧਰ ਤਾਂ ਸਾਨੂੰ ਕਿਸੇ ਨੂੰ ਜਾਣਦਾ ਨਹੀਂ ਹਜੇ। ਫਿਰ ਉਹਨਾਂ ਨੇ ਦੇਖਿਆ ਵੀ ਇਹਨੂੰ ਹਸਾਉਣ ਵਾਲਾ ਕੌਣ ਹੈ ਅਤੇ ਰਵਾਉਣ ਵਾਲਾ ਕੌਣ, ਵੀ ਇਹ ਕਿਵੇਂ ਹੱਸਦਾ। ਫਿਰ ਉਹਨਾਂ ਨੇ ਉਹਦੇ ਵੱਲ ਗੌਰ ਨਾਲ ਧਿਆਨ ਰੱਖਿਆ ਵੀ ਇਹ ਕਰਦਾ ਕੀ। ਬੱਚਾ ਜਿਹੜਾ ਜਦੋਂ ਉਹ ਆਉਂਦਾ ਸੰਸਾਰ ਦੇ ਵਿੱਚ, ਉਹਨੂੰ ਟ੍ਰੇਨਿੰਗ ਦੇ ਕੇ ਭੇਜਿਆ ਜਾਂਦਾ। ਕੋਈ ਵੀ ਜਿਹੜਾ ਟ੍ਰੇਨਿੰਗ ਸੈਂਟਰ ਹੁੰਦਾ, ਜਦੋਂ ਜੀਵ ਉੱਥੋਂ ਸਿਖਲਾਈ ਲੈ ਕੇ ਬਾਹਰ ਆਉਂਦਾ ਹੈ, ਕੁਝ ਸਮਾਂ ਉਹਦੀਆਂ ਜਿਹੜੀਆਂ ਆਦਤਾਂ ਉਹੀਓ ਰਹਿੰਦੀ। ਫਿਰ ਹੌਲੀ ਹੌਲੀ ਜਿਉਂ-ਜਿਉਂ ਉਹਦੀ ਸੰਗਤ ਬਦਲਦੀ ਜਾਂਦੀ, ਤਿਉਂ-ਤਿਉਂ ਫਿਰ ਉਹਦੀਆਂ ਆਦਤਾਂ ਉਹ ਬਦਲਦੀਆਂ ਜਾਂਦੀ। ਹੁਣ ਇਸੇ ਤਰ੍ਹਾਂ ਹੀ ਭਗਤਾਂ ਨੇ ਦੇਖਿਆ ਵੀ ਇਹ ਨਵਾਂ ਨਵਾਂ ਆਇਆ ਹੈ, ਵੀ ਇਹ ਸਿਖਲਾਈ ਲੈ ਕੇ ਆਇਆ ਹੋਏਗਾ, ਇਹ ਜ਼ਰੂਰ ਵਿਧੀ ਤਰੀਕਾ ਅਪਣਾਏਗਾ ਪਰਮਾਤਮਾ ਨੂੰ ਮਿਲਣ ਵਾਸਤੇ। ਫਿਰ ਉਹਨਾਂ ਨੇ ਜਦੋਂ ਦੇਖਿਆ ਬੱਚਾ ਕੀ ਕਰਦਾ, ਲੰਮੇ ਲੰਮੇ ਸਵਾਸ ਲੈਂਦਾ, ਪੇਟ ਦੇ ਵਿੱਚ ਸਵਾਸ ਰੋਕ ਲੈਂਦਾ, ਫਿਰ ਛੱਡਦਾ, ਫਿਰ ਰੋਕ ਲੈਂਦਾ। ਉਹਦੇ ਨਾਲ ਜਿਹੜੀ ਇਹਦੀ ਪੌਣ ਹੈ, ਇਹ ਪੌਣ ਸਮ ਕਰ ਲੈਂਦਾ।
ਜਿਹੜੇ ਦੋ ਨੇਤਰ ਨੇ ਚੰਦ ਸੂਰਜ, ਇਹਨਾਂ ਨੂੰ ਵੀ ਸਮ ਕਰ ਲੈਂਦਾ। ਜਦੋਂ ਸਮ ਕਰਦਾ ਤੇ ਉਹਨੂੰ ਪ੍ਰਕਾਸ਼ ਹੁੰਦਾ ਤੇ ਫਿਰ ਉਹ ਮਾਲਕ ਨੂੰ, ਬ੍ਰਹਮ ਜੋਤ ਨੂੰ ਦੇਖ ਕੇ ਹੱਸਦਾ, ਖੁਸ਼ ਹੁੰਦਾ ਪਰਮਾਤਮਾ ਨੂੰ ਦੇਖ ਕੇ ਵੀ ਮੇਰਾ ਮਾਤਾ ਪਿਤਾ, ਮੇਰਾ ਸਿਰਜਣਹਾਰ। ਹੁਣ ਜਦੋਂ ਫਿਰ ਸਵਾਸ ਛੱਡਦਾ, ਉਹ ਵਿੱਚ ਪੜਦਾ ਆ ਜਾਂਦਾ, ਸੰਤੁਲਨ ਵਿਗੜ ਜਾਂਦਾ ਤੇ ਉਹ ਫਿਰ ਰੋਣ ਵਰਗਾ ਮੂੰਹ ਕਰ ਲੈਂਦਾ ਵੀ ਹੁਣ ਤਾਂ ਸਾਹਮਣੇ ਸੀ, ਹੁਣ ਕਿੱਥੇ ਚਲੀ ਗਈ। ਫਿਰ ਉਹ ਮਨ ਜਿਹੜਾ ਉਹ ਵਿਰਾਗ ਕਰ, ਫਿਰ ਉਹਦਾ ਚਿਹਰਾ ਜਿਹੜਾ ਉਹ ਰੋਣ ਵਰਗਾ ਹੋ ਜਾਂਦਾ। ਹੁਣ ਉਹੀ ਇਹਦੇ ਫਿਰ ਤਰੀਕਾ ਭਗਤਾਂ ਨੇ ਅਪਣਾਇਆ, ਉਹਨਾਂ ਨੇ ਵੀ ਫਿਰ ਉਹੀਓ ਕਿਰਿਆ ਕਰਨੀ ਸ਼ੁਰੂ ਕੀਤੀ। ਸਵਾਸ ਲੰਮੇ ਲੰਮੇ ਲਏ, ਪੇਟ ਨੂੰ ਭਰਿਆ, ਫਿਰ ਖਾਲੀ ਕਰ ਦਿੱਤਾ, ਫਿਰ ਭਰਿਆ, ਫਿਰ ਖਾਲੀ ਕਰ ਦਿੱਤਾ। ਫਿਰ ਉਹਨਾਂ ਨੇ ਇਸ ਕਿਰਿਆ ਨੂੰ ਗੁਰਬਾਣੀ ਗੁਰੂ ਵਿੱਚ ਕੁੰਭ ਕਿਰਿਆ ਦਾ ਨਾਮ ਦਿੱਤਾ। ਕੁੰਭ ਹੁੰਦਾ ਘੜਾ, ਬਈ ਜਿਵੇਂ ਘੜੇ ਨੂੰ ਪਾਣੀ ਨਾਲ ਭਰ ਲਿਆ ਜਾਵੇ, ਫਿਰ ਡੋਲ ਦਿੱਤਾ, ਫਿਰ ਭਰ ਲਿਆ, ਫਿਰ ਡੋਲ ਦਿੱਤਾ। ਹੁਣ ਇਸੇ ਤਰ੍ਹਾਂ ਹੀ ਉਹ ਕਹਿੰਦੇ ਵੀ ਅਸੀਂ ਇਹ ਕੁੰਭ ਕਿਰਿਆ ਕੀਤੀ, ਵੀ ਇਹ ਪੇਟ ਨੂੰ ਭਰ ਲਿਆ, ਫਿਰ ਖਾਲੀ ਕਰ ਦਿੱਤਾ, ਫਿਰ ਭਰ ਲਿਆ, ਫਿਰ ਖਾਲੀ ਕਰ ਦਿੱਤਾ। ਫਿਰ ਜਦੋਂ ਉਹਨਾਂ ਨੇ ਇਹ ਕਿਰਿਆ ਕੀਤੀ ਤੇ ਉਹਨਾਂ ਨੇ ਦੇਖਿਆ ਵੀ ਜਿਹੜਾ ਸਰੀਰ ਉਹ ਇਸ ਅਵਸਥਾ 'ਚ ਚਲਾ ਗਿਆ ਵੀ ਜਿੱਥੇ ਜਿਵੇਂ ਆਪਾਂ ਸੌਂ ਜਾਂਦੇ, ਸੌਣ ਵੇਲੇ ਜਿਹੜੀ ਸਾਡੀ ਅਵਸਥਾ ਹੁੰਦੀ ਉਹ ਅਵਸਥਾ 'ਚ ਚਲੀ। ਫਿਰ ਜਦੋਂ ਉਹਨਾਂ ਨੂੰ ਨੀਂਦ ਆਉਣ ਲੱਗੀ, ਸਮਾਉਣ ਲੱਗੇ ਤੇ ਉਹ ਆਪਣੀ ਜਿਹੜੀ ਸੁਰਤੀ ਸੀ ਉਹ ਕੰਨਾਂ 'ਚ ਲੈ ਗਈ। ਜਦੋਂ ਸੁਰਤੀ ਕੰਨਾਂ 'ਚ ਲੈ ਕੇ ਗਏ, ਉਹਨਾਂ ਨੂੰ ਜਿਹੜੀਆਂ ਅਨਹਦ ਧੁਨਾਂ ਸੀ ਉਹ ਸੁਣਨੀਆਂ ਸ਼ੁਰੂ। ਫਿਰ ਉਹਨਾਂ ਨੇ ਉਸੇ ਤਰ੍ਹਾਂ ਹੀ ਗੁਰਬਾਣੀ ਗੁਰੂ ਵਿੱਚ ਦੱਸ ਦਿੱਤਾ, ਮਾਰੇ ਫਰਮਾਉਂਦੇ ਜਬ ਕੁੰਭਕ ਭਰ ਭਰ ਲੀਣਾ ਤੇ ਵਾਜੇ ਅਨਹਦ ਬੀਣਾ। ਵੀ ਜਦੋਂ ਇਸ ਤਰ੍ਹਾਂ ਕੁੰਭ ਕਿਰਿਆ ਕੀਤੀ, ਫਿਰ ਜਿਹੜੀਆਂ ਅਨਹਦ ਬੀਨਾ ਸੀ, ਅਨਹਦ ਵਾਜੇ ਉਹ ਸੁਣਨੇ ਸ਼ੁਰੂ ਹੋ ਗਏ। ਫਿਰ ਜਦੋਂ ਉਹਨਾਂ ਨੇ ਉਹਨਾਂ ਆਵਾਜ਼ਾਂ ਨੂੰ ਸੁਣਿਆ, ਫਿਰ ਉਹਨਾਂ ਨੇ ਪੁੱਛਿਆ ਕਿ ਵੀ ਆਵਾਜ਼ਾਂ ਆਉਂਦੀਆਂ। ਫਿਰ ਉਹਨਾਂ ਨੇ ਜਿੱਥੋਂ ਆਵਾਜ਼ਾਂ ਆ ਰਹੀਆਂ, ਫਿਰ ਉਹਨੂੰ ਨਾਮ ਦਿੱਤਾ ਵੀ ਇਹ ਸੁੰਨ ਹੈ, ਸੁੰਨ ਦੇ ਵਿੱਚੋਂ ਇਹ ਆਵਾਜ਼ ਆ ਰਹੀ। ਕਿਸੇ ਨੇ ਕਹਿ ਦਿੱਤਾ ਵੀ ਇਹ 10ਵਾਂ ਦਵਾਰ, ਇਹ 10ਵੇਂ ਦਵਾਰ ਦੇ ਵਿੱਚ ਆਵਾਜ਼ ਆ ਰਹੀ। ਕਿਸੇ ਨੇ ਆਪਣੀ ਭਾਸ਼ਾ 'ਚ ਨਿਜ ਮਹਿਲ ਕਹਿ ਦਿੱਤਾ, ਥਿਰ ਘਰ ਕਹਿ ਦਿੱਤਾ, ਸਹਿਜ ਗੁਫਾ ਕਹਿ ਦਿੱਤਾ, ਮੰਦਰ ਕਹਿ ਦਿੱਤਾ, ਗੜ੍ਹ ਕਹਿ ਦਿੱਤਾ, ਗੁਰਦੁਆਰਾ ਕਹਿ ਦਿੱਤਾ। ਵੀ ਇਹ ਆਵਾਜ਼ਾਂ ਜਿਹੜੀਆਂ ਹੁਣ ਵੱਖੋ ਵੱਖਰੀ ਭਾਸ਼ਾ ਦੇ ਵਿੱਚ ਇਹ ਫਿਰ ਸਤਿਸਥਾਨ ਦੇ ਉਹਨਾਂ ਨੇ ਨਾਂ ਰੱਖੇ। ਕਿਸੇ ਨੇ ਕਹਿ ਦਿੱਤਾ ਵੀ 10ਵਾਂ ਦਵਾਰ, ਤੇ 10ਵੇਂ ਦਵਾਰ ਦੀ ਫਿਰ ਉਹਨਾਂ ਨੇ ਨਿਸ਼ਾਨੀ ਕੀ ਦੱਸੀ ਵੀ ਉੱਥੇ ਕੀ ਆ। ਉਹ ਕਹਿੰਦੇ ਵੀ ਉੱਥੇ ਦਿਨ ਰਾਤ ਅਨਹਦ ਵਾਜੇ ਵੱਜਦੇ, ਅਨਹਦ ਧੁਨਾਂ ਵੱਜਦੀ। ਮਾਰੇ ਫਰਮਾਉਂਦੇ ਨੌ ਦਰ ਠਾਕੀ ਧਾਵਤਰ ਹਾਈ, 10ਵੇਂ ਨਿਜ ਘਰ ਵਾਸਾ ਪਾਈ। ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਨਾਵਣੇ। ਉਹ ਉਹਨਾਂ ਨੇ ਦੱਸਿਆ ਵੀ ਇਹ 10ਵਾਂ ਦਵਾਰ। ਫਿਰ ਕਿਸੇ ਨੇ ਕਹਿ ਦਿੱਤਾ ਇਹ ਨਿਜ ਮਹਿਲ, ਨਿਜ ਮਹਿਲ ਦੀ ਵੀ ਉਹੀਓ ਨਿਸ਼ਾਨੀ ਦੱਸ ਦਿੱਤੀ ਵੀ ਉੱਥੇ ਅਨਹਦ ਵਾਜੇ ਵੱਜਦੇ, ਅਨਹਦ ਧੁਨਾਂ ਵੱਜਦੀ। ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ ਪੂਰੇ ਗੁਰ ਤੇ ਮਹਿਲ ਪਾਇਆ, ਪਤ ਪ੍ਰਗਟ ਲੋਈ
ਅਨਹਦ ਧੁਨੀ ਸਦ ਵੱਜਦੇ ਮਿਲਿਆ ਹਰ ਸੋਈ। ਵੀ ਉੱਥੇ ਅਨਹਦ ਧੁਨਾ ਵੱਜਦੀ, ਉਹਨੂੰ ਮਹਿਲ ਕਹਿ ਦਿੱਤਾ। ਕਿਸੇ ਨੇ ਨਾਂ ਦੇ ਦਿੱਤਾ ਵੀ ਇਹ ਸਹਿਜ ਗੁਫਾ ਹੈ। ਤੇ ਸਹਿਜ ਗੁਫਾ ਦੀ ਨਿਸ਼ਾਨੀ ਹੋਈ ਉਹ ਦੱਸਦੀ ਵੀ ਅਨਹਦ ਵਾਜੀ ਵੱਜਦੀ। ਮਹਾਰਾਜ ਕਹਿੰਦੇ ਅਨਹਦ ਵਾਜੇ ਸਹਿ ਸਹੇਲਾ ਸ਼ਬਦ ਆਨੰਦ ਕਰੇ ਸਦ ਕੀਲਾ। ਸਹਿਜ ਗੁਫਾ ਮੇ ਤਾੜੀ ਲਾਈ ਆਸਣ ਉੱਚ ਸਵਾਰਿਆ ਜੀ। ਫਿਰ ਕਿਸੇ ਨੇ ਇਸ ਨੂੰ ਗੁਰਦੁਆਰਾ ਕਹਿ ਦਿੱਤਾ ਵੀ ਇਹ ਗੁਰਦੁਆਰਾ, ਤੇ ਗੁਰਦੁਆਰੇ ਦੀ ਵੀ ਉਹੀ ਨਿਸ਼ਾਨੀ ਦੱਸ ਦਿੱਤੀ ਵੀ ਅਨੇਕਾਂ ਹੀ ਉੱਥੇ ਵਾਜੀ ਵੱਜਦੀ। ਹੌਲੀ ਇਸ ਲਈ ਫਿਰ ਇਹ ਆਪਾਂ ਨੂੰ ਨਾਂ ਵੱਖੋ ਵੱਖਰੇ ਦੱਸੇ ਪਰ ਨਿਸ਼ਾਨੀਆਂ ਇੱਕੋ ਹੀ ਦੱਸੀ ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਕਿਸੇ ਨੂੰ ਨਿੱਜ ਮਹਿਲ ਕਰਕੇ ਸਮਝ ਲੱਗ ਜੇ, ਕਿਸੇ ਨੂੰ 10ਵਾਂ ਦਵਾਰ ਕਰਕੇ ਸਮਝ ਲੱਗ ਜੇ, ਫਿਰ ਕਰਕੇ ਸਮਝ ਲੱਗ ਜੇ, ਕਿਸੇ ਨੂੰ ਗੁਰਦੁਆਰਾ ਕਹਿ ਕੇ ਸਮਝ ਲੱਗ ਜੇ, ਕਿਸੇ ਨੂੰ ਮੰਦਰ ਕਹਿ ਕੇ ਸਮਝ ਲੱਗ ਜੇ। ਹੁਣ ਇਹ ਮੰਦਰ ਦੀ ਗੁਰਦੁਆਰੇ ਦੀ ਨਿਸ਼ਾਨੀਆਂ ਸਭ ਦੀਆਂ ਇੱਕੋ ਹੀ ਨੇ। ਫਿਰ ਆਪਾਂ ਨੂੰ ਪਤਾ ਲੱਗਦਾ ਵੀ ਇਹ ਸਿਰਫ ਨਾਂ ਹੀ ਵੱਖੋ ਵੱਖਰੇ ਦਿੱਤੇ ਨੇ ਪਰ ਇਹ ਸਥਾਨ ਇੱਕੋ ਹੀ, ਘਰ ਇੱਕੋ ਹੀ, ਤੇ ਘਰ ਦੀਆਂ ਨਿਸ਼ਾਨੀਆਂ ਉਹੀਓ ਦੱਸ ਰਹੇ ਸਨ। ਮਹਾਰਾਜ ਕਹਿੰਦੇ ਘਰ ਨੇ ਘਰ ਦਿਖਾਈ ਦੇ ਸੋ ਸਤਿਗੁਰ ਪੁਰਖ ਸੁਝਾਨ ਪੰਜ ਸ਼ਬਦ ਧੁਨ ਘਰ ਧੁਨ ਤੇ ਵਾਜੀ ਸ਼ਬਦ ਨਿਸ਼ਾਨ। ਵੀ ਘਰ ਦੀ ਨਿਸ਼ਾਨੀ ਕੀ ਕਹਿੰਦੇ ਉੱਥੇ ਇਹ ਅਨਹਦ ਵਾਜੇ ਵੱਜਦੇ, ਇਹ ਨਿਸ਼ਾਨੀ। ਹੁਣ ਫਿਰ ਉਹਨਾਂ ਨੇ ਇਸ ਸਥਾਨ ਦਾ ਇਸ ਤਰ੍ਹਾਂ ਨਾਂ ਰੱਖ ਦਿੱਤਾ ਵੀ ਇਹ 10ਵਾਂ ਦਵਾਰ ਹੈ ਜੀ, ਇਹ ਮਹਿਲ ਹੈ। ਇੱਥੋਂ ਇਹ ਸਾਨੂੰ ਧੁਨਾਂ ਜਿਹੜੀਆਂ ਇਹ ਸੁਣਾਈ ਦਿੰਦੀ, ਉਹਨਾਂ ਨੇ ਫਿਰ ਇਹਨਾਂ ਨੂੰ ਸੁਣਨਾ ਸ਼ੁਰੂ ਕੀਤਾ। ਜਦੋਂ ਸੁਣਨ ਲੱਗੇ, ਸੁਣਦੇ ਸੁਣਦੇ ਉਹਨਾਂ ਨੂੰ ਬਹੁਤ ਸਾਰੀਆਂ ਹੋਰ ਆਵਾਜ਼ਾਂ ਨਾਲ ਪ੍ਰਗਟ ਹੋ ਗਈਆਂ, ਬਹੁਤ ਸਾਰੇ ਹੋਰ ਸ਼ਬਦ ਸੁਣਨੇ ਸ਼ੁਰੂ ਹੋ ਗਏ। ਫਿਰ ਉਹਨਾਂ ਨੇ ਦੱਸਿਆ ਵੀ ਇਹ ਅਨਹਦ ਬਾਣੀ। ਵੀ ਜਦੋਂ ਉਹਨਾਂ ਨੂੰ ਇਹ ਅਨਹਦ ਬਾਣੀ ਸੁਣਨੀ ਸ਼ੁਰੂ ਹੋਈ, ਨਾਲ ਹੀ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਸੂਖਮਕਾਰ ਸੀ ਉਹ ਦਿਸਣੇ ਸ਼ੁਰੂ ਹੋ ਗਏ। ਫਿਰ ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਸੂਖਮਕਾਰ ਨੇ ਵੀ ਇਹ ਦੇਵੀ ਦੇਵਤੇ, ਜਿੱਥੇ ਅਨਹਦ ਬਾਣੀ ਚੱਲਦੀ ਹੈ ਉਸ ਸਥਾਨ ਦਾ ਫਿਰ ਨਾਂ ਰੱਖਿਆ ਦੇਵ ਲੋਕ। ਉਹਨੂੰ ਸਵਰਗ ਵੀ ਕਹਿ ਦਿੱਤਾ, ਦੇਵ ਲੋਕ ਵੀ ਕਹਿ ਦਿੱਤਾ। ਹੌੜੇ ਦੇਵ ਲੋਕ ਦੀ ਕੀ ਨਿਸ਼ਾਨੀ ਹੈ? ਫਿਰ ਮਹਾਰਾਜ ਦੱਸਦੇ ਦੇਵ ਸਥਾਨੇ ਕਿਆ ਨਿਸ਼ਾਨੀ ਤੇ ਵਾਜੀ ਸ਼ਬਦ ਅਨਾਹਦ ਬਾਣੀ। ਵੀ ਜਿੱਥੇ ਅਨਹਦ ਬਾਣੀ ਚੱਲਦੀ ਉਹ ਦੇਵ ਲੋਕ। ਜਦੋਂ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਤੇ ਸਾਡੇ ਮਨ ਨੂੰ ਵੀ ਦੇਵਤਾ ਕਹਿੰਦੀ। ਆਪਣਾ ਮਨ ਹੈ ਜਿਹੜਾ, ਇੱਥੇ ਫਿਰ ਮਾਨਸ ਤੋਂ ਇਹ ਦੇਵਤਾ ਬਣ ਜਾਂਦਾ। ਮਹਾਰਾਜ ਫਰਮਾਉਂਦੇ ਬਲਿਹਾਰੀ ਗੁਰ ਆਪਣੀ ਦਿਉਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ। ਇਹ ਨਾ ਫਿਰ ਤੀਜੀ ਸੁੰਨ ਦਾ ਵੀ ਨਾਮ ਦੇ ਦਿੱਤਾ ਵੀ ਇਹ ਤੀਜੀ ਸੁੰਨ ਹੈ, ਜਿੱਥੇ ਦੇਵਲੋਕ ਹੈ, ਜਿੱਥੇ ਸਵਰਗ ਹੈ। ਜਿਹੜੇ ਜੋਗੀ ਸੀ ਜਾਂ ਜਿਹੜੇ ਸਿੱਧ ਸੀ ਉਹ ਫਿਰ ਇੱਥੇ ਜਾ ਕੇ ਸਮਾ ਜਾਂਦੇ ਸੀ। ਉਹ ਜੋਗੀ ਕਹਿੰਦੇ ਸੀ ਵੀ ਇਹ ਸੁੰਨ ਹੀ ਸੁੰਨ ਸਾਰਾ ਕੁਛ। ਹੁਣ ਫਿਰ ਜਦੋਂ ਭਗਤਾਂ ਨੇ ਦੇਖਿਆ ਉੱਥੇ ਵੀ ਇਹ ਜਿਹੜੀ ਅਨਹਦ ਬਾਣੀ ਜਿੱਥੇ ਚੱਲਦੀ
ਇਹ ਦੇਵੀ ਦੇਵਤਿਆਂ ਦਾ ਇੱਥੇ ਵਾਸ ਆ, ਪਰ ਇਹਨਾਂ ਦੇ ਵੀ ਮਾਇਆ ਦਾ ਅਸਰ ਹੁੰਦਾ। ਇਹ ਜਿਹੜੀ ਮਾਇਆ ਇਹਨਾਂ ਨੂੰ ਵੀ ਮੋਹ ਲੈਂਦੀ ਹੈ, ਇੱਥੋਂ ਫਿਰ ਵਾਪਸ ਮੁੜ ਆਉਂਦੀ। ਮਾਰੇ ਕਹਿੰਦੇ ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ। ਵੀ ਇਹ ਦੇਵੀ ਦੇਵਤੇ ਇਹਨਾਂ ਨੂੰ ਵੀ ਮਾਇਆ ਮੋਹ ਲੈਂਦੀ, ਇੱਥੇ ਤੱਕ ਵੀ ਅਸਰ ਹੁੰਦਾ। ਹੁਣ ਭਗਤ ਜਦੋਂ ਉੱਥੇ ਪਹੁੰਚੇ, ਫਿਰ ਉਹਨਾਂ ਨੇ ਫਿਰ ਉੱਥੇ ਜਾ ਕੇ ਫਿਰ ਸਮਾਈ। ਵੀ ਪਹਿਲਾਂ ਮਨ ਜਾ ਕੇ ਉੱਥੇ ਸਮਾ ਜਾਂਦਾ, ਫਿਰ ਉਹ ਉੱਥੇ ਗਿਆਨ ਦੁਆਰਾ ਬੈਠੇ। ਜਿਸ ਨੂੰ ਮਾਰੇ ਕਹਿੰਦੇ ਉਪਜੇ ਸਹਿਜ ਗਿਆਨ ਮਤ ਜਾਗੇ, ਗੁਰ ਪ੍ਰਸਾਦੀ ਅੰਤਰ ਲਿਵ ਲਾਗੀ। ਉੱਥੇ ਗਿਆਨ ਦੁਆਰਾ ਬੈਠੇ ਰਹੇ। ਫਿਰ ਉੱਥੇ ਅਨਹਦ ਬਾਣੀ ਤੋਂ ਅੱਗੇ ਨਾਦ ਪ੍ਰਗਟ। ਇਹ ਜਿੰਨੇ ਸ਼ਬਦ ਹੁੰਦੇ, ਫਿਰ ਸਾਰੇ ਸ਼ਬਦਾਂ ਤੋਂ ਉਹ ਇੱਕ ਸ਼ਬਦ ਬਣ ਜਾਂਦਾ। ਜਿਹਨੂੰ ਨਾਮ ਆਖਿਆ, ਜਿਹਨੂੰ ਨਾਦ ਆਖਿਆ, ਜਿਹਨੂੰ ਸ਼ਬਦ ਗੁਰੂ ਆਖਿਆ। ਮਾਰੇ ਫਰਮਾਉਂਦੇ ਅਨਹਦ ਬਾਣੀ ਨਾਦ ਵਜਾਇਆ। ਵੀ ਇਹ ਅਨਹਦ ਬਾਣੀ ਤੋਂ ਅੱਗੇ ਨਾਦ ਪ੍ਰਗਟ ਹੁੰਦਾ। ਫਿਰ ਉਹ ਜਿਹੜਾ ਨਾਦ ਹੈ ਉਹਨੂੰ ਕਹਿੰਦੇ ਸ਼ਬਦ ਗੁਰੂ, ਜਿਹਦੇ ਨਾਲੋਂ ਸਾਡੀ ਲਿਵ ਟੁੱਟੀ, ਜਿਹਦੇ ਨਾਲ ਅਸੀਂ ਜੁੜਨਾ ਅਤੇ ਉਹ ਸ਼ਬਦ ਗੁਰੂ ਦੇ ਅਸੀਂ ਚੇਲੇ ਬਣਨਾ, ਸਾਡੀ ਸੁਰਤੀ। ਇਸੇ ਮਰਥਾਏ ਮਾਰੇ ਫਰਮਾਉਂਦੇ ਗੁਰੂ ਨਾਨਕ ਦੇਵ ਜੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਫਿਰ ਭਗਤ ਜਨ ਜਦੋਂ ਉੱਥੇ ਬੈਠੇ ਰਹੇ, ਅਨਹਦ ਬਾਣੀ ਤੋਂ ਨਾਦ ਪ੍ਰਗਟ ਹੋਇਆ, ਫਿਰ ਉਹਨਾਂ ਨੇ ਉਹ ਨਾਦ ਨੂੰ ਸੁਣਨਾ ਸ਼ੁਰੂ ਕੀਤਾ। ਵੀ ਸੁਣਨ 'ਚ ਬੈਠੇ ਹਾਂ ਸਮਾਧੀ ਦੇ ਵਿੱਚ। ਫਿਰ ਉਹ ਕਹਿੰਦੇ ਵੀ ਉੱਥੋਂ ਨਾਦ ਪ੍ਰਗਟ ਹੋਇਆ। ਸੁਨ ਸਮਾਧ ਅਨਹਦ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਫਿਰ ਉਹਨਾਂ ਨੇ ਉਹ ਨਾਦ ਨੂੰ ਸੁਣਨਾ ਸ਼ੁਰੂ ਕੀਤਾ। ਫਿਰ ਉਹ ਨਾਦ ਦੇ ਵਿੱਚੋਂ ਸਾਡੀ ਜਿਹੜੀ ਖੁਰਾਕ ਹੈ ਅੰਮ੍ਰਿਤ, ਫਿਰ ਉਹ ਅੰਮ੍ਰਿਤ ਆਉਂਦਾ। ਫਿਰ ਉਹ ਜਿਹੜਾ ਨਾਦ ਹੈ ਉਹ ਜਾ ਕੇ ਸਮਾਉਂਦਾ ਸੱਚ ਦੇ ਵਿੱਚ। ਜਿੱਥੋਂ ਨਾਦ ਪ੍ਰਗਟ ਹੋ ਰਿਹਾ ਮਾਲਕ ਦੇ ਮੁਖ ਦੇ ਵਿੱਚ, ਉੱਥੇ ਜਾ ਕੇ ਫਿਰ ਉਹ ਸ਼ਬਦ ਹੈ ਜਿਹੜਾ ਉਹ ਨਾਮ ਸਮਾ ਰਿਹਾ। ਜਦੋਂ ਫਿਰ ਗੁਰਮੁਖਾਂ ਨੇ ਉਹ ਸ਼ਬਦ ਨੂੰ ਸੁਣਿਆ, ਸੁਣਦੇ ਸੁਣਦੇ ਫਿਰ ਉਹਨੇ ਦੇਖਿਆ ਵੀ ਉਹ ਸ਼ਬਦ ਜਾ ਕੇ ਕਿੱਥੇ ਸਮਾਉਂਦਾ। ਜਿੱਥੇ ਜਾ ਕੇ ਉਹ ਸ਼ਬਦ ਸਮਾਉਂਦਾ ਹੈ, ਉਹਨੂੰ ਫਿਰ ਉਹਨਾਂ ਨੇ ਆਖਿਆ ਵੀ ਇਹ ਹਰੀ ਹੈ, ਪਰਮਾਤਮਾ ਵਾਹਿਗੁਰੂ ਨਿਰੰਕਾਰ। ਮਾਰੇ ਫਰਮਾਉਂਦੇ ਸ਼ਬਦ ਸਮਾਏ ਬੁਝੇ ਹਰ ਸੋਈ। ਵੀ ਜਿੱਥੇ ਜਾ ਕੇ ਉਹ ਸ਼ਬਦ ਸਮਾਉਂਦਾ ਹੈ, ਉਹ ਹਰੀ ਹੈ, ਉਹ ਪਰਮਾਤਮਾ, ਉਹ ਵਾਹਿਗੁਰੂ। ਫਿਰ ਉਹਨਾਂ ਨੇ ਜਾ ਕੇ ਉੱਥੇ ਪ੍ਰਕਾਸ਼ ਦੇ ਵਿੱਚ, ਸੱਚ ਦੇ ਵਿੱਚ ਧਿਆਨ ਲਾ ਲਈ। ਜਿਹਨੂੰ ਚੌਥੀ ਸੁਰਨ ਕਹਿੰਦੇ, ਜਿਹਨੂੰ ਅਨਮਨ ਕਹਿੰਦੇ, ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼। ਫਿਰ ਉਹਨਾਂ ਦਾ ਜਿਹੜਾ ਮਨ ਸੀ, ਉਹ ਮਨ ਦਾ ਸੂਖਮ ਆਕਾਰ ਸੀ ਜਿਹੜਾ, ਉਹ ਆਕਾਰ ਵੀ ਨਿਰੰਕਾਰ ਦੇ ਵਿੱਚ ਸਮਾ ਜਾਂਦਾ, ਪ੍ਰਕਾਸ਼ ਦੇ ਵਿੱਚ ਸਮਾ ਜਾਂਦਾ। ਫਿਰ ਉਹ ਗੁਰਮੁਖ ਦੁਬਾਰਾ ਆਕਾਰਾਂ ਦੇ ਵਿੱਚ ਨਹੀਂ ਆਉਂਦੀ, ਉਹ ਸਦਾ ਵਾਸਤੇ ਮਾਲਕ ਦੇ ਵਿੱਚ ਲੀਨ ਹੋ ਜਾਂਦੀ। ਮਾਰੇ ਫਰਮਾਉਂਦੇ ਨਿਰੰਕਾਰ ਮੇ ਆਕਾਰ ਸਮਾਵੇ, ਅਗਲ ਕਲਾਸਾ ਸਾਚ ਟਿਕਾਵੇ, ਸੋ ਨਰ ਗਰਭ ਜੂਨ ਨਹੀਂ ਆਵੇ। ਫਿਰ ਨਹੀਂ ਉਹ ਆਉਂਦੀ। ਇਸ ਤਰ੍ਹਾਂ ਫਿਰ ਭਗਤਾਂ ਨੇ
ਜਦੋਂ ਮਾਲਕ ਦੇ ਵਿੱਚ ਧਿਆਨ ਲਾਇਆ ਫਿਰ ਉਹਨਾਂ ਦੀ ਜੋਤ ਦੇ ਵਿੱਚ ਜੋਤ ਮਿਲ ਗਈ। ਫਿਰ ਉੱਥੇ ਜਾ ਕੇ ਜਿਹੜਾ ਉਹਨਾਂ ਦਾ ਮਨ ਸੀ, ਮਨ ਦਾ ਆਕਾਰ ਸੀ, ਉਹ ਵੀ ਜਾ ਕੇ ਸੱਚ 'ਚ ਲੀਨ ਹੋ ਗਈ, ਪਰਮਾਤਮਾ 'ਚ ਸਮਾ ਗਈ। ਜਦੋਂ ਵਿੱਚ ਲੀਨ ਹੋ ਜਾਂਦੀ, ਸਮਾ ਜਾਂਦੇ, ਆਪਣਾ ਆਪਾ ਖਤਮ ਹੋ ਜਾਂਦਾ, ਫਿਰ ਜਿੰਨਾ ਸਮਾਂ ਗੁਰਮੁਖਾਂ ਨੂੰ ਮਾਲਕ ਨੇ ਦਿੱਤਾ ਹੁੰਦਾ ਸਵਾਸਾਂ ਦਾ ਧਨ, ਫਿਰ ਇੱਧਰ ਭੇਜਣਾ ਖੇਲਣ ਵਾਸਤੇ ਪਰਦੇਸ ਦੇ ਵਿੱਚ। ਫਿਰ ਉੱਥੋਂ ਪ੍ਰਕਾਸ਼ ਦੇ ਵਿੱਚੋਂ ਫਿਰ ਸ਼ਬਦ ਦੁਬਾਰਾ ਉਹਨਾਂ ਨੂੰ ਉਠਾਇਆ ਜਾਂਦਾ। ਪਹਿਲਾਂ ਉਹਨਾਂ ਦਾ ਆਪਣਾ ਆਪਾ ਖਤਮ ਹੋ ਜਾਂਦਾ, ਵਿੱਚ ਲੀਨ ਹੋ ਜਾਂਦੇ, ਸਮਾ ਜਾਂਦੇ, ਜੋਤ 'ਚ ਜੋਤ ਉਹਨਾਂ ਦੀ ਮਿਲ ਜਾਂਦੀ, ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ। ਫਿਰ ਇੱਧਰ ਭੇਜਣ ਵਾਸਤੇ ਫਿਰ ਉਹਨਾਂ ਨੂੰ ਸ਼ਬਦ ਦੁਬਾਰਾ ਉਠਾਇਆ ਜਾਂਦਾ। ਮਾਰੇ ਫਰਮਾਉਂਦੇ ਧੁਨ ਉਪਜੇ ਸ਼ਬਦ ਜਗਾਇਆ। ਜਦੋਂ ਧੁਨ ਸ਼ਬਦ ਪ੍ਰਗਟ ਹੁੰਦਾ ਫਿਰ ਜਿਹੜਾ ਮਨ ਉਹ ਆਕਾਰ ਫਿਰ ਉਹ ਇਕੱਠਾ ਹੋ ਜਾਂਦਾ। ਫਿਰ ਜਦੋਂ ਇਕੱਠਾ ਹੁੰਦਾ ਫਿਰ ਉਹਨਾਂ ਨੂੰ ਭੇਜਦੇ ਵੀ ਹੁਣ ਤੁਸੀਂ ਸੁਰਨ ਮੰਡਲ 'ਚ ਜਾਓ। ਸੁਰਨ ਮੰਡਲ ਆਪਣਾ ਸਾਰਿਆਂ ਦਾ ਸਾਂਝਾ ਘਰ, ਜਿਸੇ ਫਿਰ ਉੱਥੇ ਸਭਾ ਹੁੰਦੀ, ਸਭਾ ਕਹਿੰਦੇ ਸੰਗਤ। ਉੱਥੇ ਫਿਰ ਗੁਰਮੁਖ ਨੇ ਜਿਹੜੇ ਉਹ ਸਭਾ ਦੇ ਵਿੱਚ ਬੈਠਦੇ ਸੰਗਤ ਦੇ ਵਿੱਚ, ਉਹਨੂੰ ਕਹਿੰਦੇ ਪਾਰ ਬ੍ਰਹਮ ਦੀ ਸਭਾ, ਪਰਮਾਤਮਾ ਦੀ ਸਭਾ, ਜਿਸ ਨੂੰ ਮਹਾਰਾਜ ਕਹਿੰਦੇ ਪਾਰ ਬ੍ਰਹਮ ਕੀ ਅਚਰਜ ਸਭਾ, ਵੀ ਉਹ ਪਾਰ ਬ੍ਰਹਮ ਪਰਮਾਤਮਾ ਦੀ ਸਭਾ। ਉੱਥੇ ਫਿਰ ਮਨਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਗੁਰਮੁਖਾਂ ਦੀਆਂ, ਵੀ ਤੁਸੀਂ ਪਰਦੇਸ ਜਾਣਾ। ਹੁਣ ਅੱਜ ਤੁਸੀਂ ਜਾਣਾ ਹੈ ਦਰਸ਼ਕ ਬਣ ਕੇ, ਵੀ ਉੱਥੇ ਜਾ ਕੇ ਤੁਸੀਂ ਦੇਖਣਾ ਵੀ ਕਿਵੇਂ ਖੇਲ ਚੱਲਦਾ। ਜਿਹੜੇ ਪਰਦੇਸ ਵਿੱਚ ਗਏ ਨੇ ਖੇਲਣ ਵਾਸਤੇ, ਤੁਸੀਂ ਦੇਖਣਾ ਵੀ ਉਹ ਕਿਵੇਂ ਖੇਲ ਰਹੇ ਨੇ। ਫਿਰ ਵਾਪਸ ਆ ਕੇ ਦੱਸਣਾ ਵੀ ਕਿਵੇਂ ਖੇਲ ਚੱਲ ਰਿਹਾ। ਗੁਰਮੁਖ ਉਹ ਤੋਂ ਡਿਊਟੀ ਸੁਣਦੇ ਤੇ ਇੱਧਰ ਆ ਜਾਂਦੇ। ਹੁਣ ਇੱਧਰ ਆ ਕੇ ਫਿਰ ਉਹ ਕਿਤੇ ਆਸਣ ਲਾਉਂਦੇ ਵੀ ਜਿੱਥੇ ਬੈਠ ਕੇ ਉਹ ਦਰਸ਼ਕ ਬਣ ਕੇ ਫਿਰ ਖੇਲ ਨੂੰ ਦੇਖਦੇ, ਜਿੱਥੇ ਫਿਰ ਮਾਲਕ ਬੈਠ ਕੇ ਸਾਰੀ ਸ੍ਰਿਸ਼ਟੀ ਦੀ ਪਾਲਣਾ ਪੋਸ਼ਣਾ ਕਰਦੇ, ਦੇਖਦੇ ਆਪ ਬੈਠ ਕੇ। ਉਹ ਜਿਹੜਾ ਦਰ ਹੈ ਉਹਨੂੰ ਹਰਦਰ ਕਹਿੰਦੇ। ਮਾਰੇ ਕਹਿੰਦੇ ਹਰਦਰ ਸੇਵੇ ਅਲਖ ਭੇਵੇ ਨਿਚਲ ਆਸਣ ਪਾਏ, ਵੀ ਉੱਥੇ ਆ ਕੇ ਗੁਰਮੁਖ ਆਸਣ ਲਾ ਲੈਂਦੇ। ਉਹ ਫਿਰ ਦੇਖੀ ਜਾਂਦੇ ਵੀ ਇਹ ਕਿਵੇਂ ਖੇਲ ਆ ਜਿਹੜਾ ਅਸੀਂ ਖੇਲ ਰਹੇ ਹਾਂ, ਕਿਵੇਂ ਖੇਲ ਚੱਲ ਰਿਹਾ। ਜਦੋਂ ਦਰਸ਼ਕ ਬਣ ਕੇ ਦੇਖੀ ਜਾਂਦੇ ਤੇ ਫਿਰ ਜਦੋਂ ਸ਼ਾਮ ਹੁੰਦੀ, ਰਾਤ ਹੁੰਦੀ, ਘਰ ਵਾਪਸ ਜਾਣ ਦੇਸ਼ ਨੂੰ, ਫਿਰ ਉਹ ਇੱਥੋਂ ਉੱਠਦੇ ਤੇ ਆਪਦੇ ਘਰ ਨੂੰ ਚਲੇ ਜਾਂਦੇ। ਫਿਰ ਜਦੋਂ ਦੇਸ਼ ਜਾਂਦੇ ਪਰਲੋਕ ਦੇ ਵਿੱਚ, ਫਿਰ ਉਹਨਾਂ ਤੋਂ ਪੁੱਛਿਆ ਜਾਂਦਾ ਵੀ ਤੁਸੀਂ ਅੱਜ ਦਰਸ਼ਕ ਬਣ ਕੇ ਗਏ ਸੀ, ਵੀ ਕਿਵੇਂ ਖੇਲ ਚੱਲ ਰਿਹਾ, ਕੀ ਦੇਖੀ। ਫਿਰ ਗੁਰਮੁਖ ਦੱਸਦੇ ਵੀ ਜਿਹੜਾ ਖੇਲ ਤੁਸੀਂ ਬਣਾਇਆ, ਇਹ ਖੇਲ ਨੂੰ ਜੀਵਾਂ ਨੇ ਸਮਝਿਆ ਨਹੀਂ। ਹੁਕਮ ਨੂੰ ਤਾਂ ਭੁੱਲ ਹੀ ਚੁੱਕੇ ਨੇ, ਹੁਕਮ ਤੋਂ ਤਾਕੀ ਹੋਏ ਫਿਰਦੇ। ਹੁਕਮ ਤੋਂ ਆਕੀ ਹੋਣ ਕਰਕੇ ਉਹ ਤਾਂ ਕਮਲੇ ਹੋਏ ਫਿਰਦੇ, ਤੇ ਕਮਲੇ ਆਪਸ ਵਿੱਚ ਹੀ ਲੜੀ ਜਾਂਦੇ। ਉਹਨਾਂ ਨੇ ਜਿੱਤਣਾ ਤਾਂ ਕੀ ਹੈ ਖੇਲ ਨੂੰ, ਉਹਦਾ ਆਪਸ ਵਿੱਚ ਹੀ ਇੱਕ ਦੂਸਰੇ ਨਾਲ ਵੈਰ ਵਿਰੋਧ ਕਰੀ ਜਾਂਦੇ, ਤੇ ਕਮਲੇ ਹੋਏ ਹੋਏ ਉਹਨਾਂ ਨੂੰ ਪਤਾ ਹੀ ਨਹੀਂ ਜੀਵਨ ਦੀ ਬਾਜੀ ਨੂੰ ਹਾਰ ਰਹੇ ਨੇ ਉੱਥੇ। ਫਿਰ ਜੋ ਗੁਰਮੁਖਾਂ ਨੇ ਦੇਖਿਆ
ਫਿਰ ਦੇਖ ਕੇ ਉਹਨਾਂ ਨੇ ਦੱਸਿਆ ਤੇ ਮਹਾਰਾਜ ਗੁਰਬਾਣੀ 'ਚ ਫਿਰ ਉਵੇਂ ਹੀ ਦੱਸਦੀ ਬਈ ਜੋ ਗੁਰਮੁਖਾਂ ਨੇ ਦੇਖਿਆ ਤੇ ਦੇਖ ਕੇ ਫਿਰ ਉਹਨਾਂ ਨੇ ਕੀ ਦੱਸਿਆ। ਮਹਾਰਾਜ ਫਰਮਾਉਂਦੇ ਬੈਨ ਨਾਮੇ ਜਗ ਕਮਲਾ ਫੇਰੇ, ਗੁਰਮੁਖ ਨਦਰੀ ਆਇਆ। ਵੀ ਗੁਰਮੁਖਾਂ ਨੇ ਜਦੋਂ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ ਬੈਠ ਕੇ, ਫਿਰ ਉਹਨਾਂ ਨੇ ਦੱਸਿਆ ਵੀ ਇਹ ਤਾਂ ਕਮਲੇ ਹੋਏ ਫਿਰਦੇ ਮਨ। ਕਮਲਿਆਂ ਨੂੰ ਨਾ ਆਪਦੇ ਘਰ ਦਾ ਪਤਾ, ਨਾ ਕਮਲੇ ਨਹਾਉਂਦੇ ਧੋਂਦੇ ਨੇ, ਨਾ ਚੰਗਾ ਖਾਂਦੇ, ਨਾ ਚੰਗਾ ਬੋਲਦੇ ਨੇ। ਇਹਦਾ ਕਮਲੇ ਹੋਏ ਹੋਏ ਆਪਸ ਵਿੱਚ ਹੀ ਲੜੀ ਜਾਂਦੇ ਤੇ ਖੇਲ ਨੂੰ ਹਾਰ ਰਹੇ। ਮਾਲਕ ਨੂੰ ਜਾ ਕੇ ਦੱਸਿਆ ਤੇ ਫਿਰ ਸਭਾ ਲੱਗਦੀ। ਇਹ ਰੋਜ਼ ਦੀ ਰੋਜ਼ ਦਾ ਖੇਲ ਹੈ ਗੁਰਮੁਖਾਂ ਦਾ, ਜਿਨ੍ਹਾਂ ਨੇ ਆਉਣ ਜਾਣ ਬਣਾਇਆ, ਜਿਹੜੇ ਖੇਲ ਨੂੰ ਜਿੱਤੇ ਉਹਨਾਂ ਵਾਸਤੇ ਖੇਲ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਉਹ ਆਏ, ਆ ਕੇ ਫਿਰ ਉਵੇਂ ਹੀ ਸ਼ਬਦ ਵਾਰ ਫਿਰ ਘਰ ਗਏ, ਮਾਲਕ 'ਚ ਲੀਨ ਹੋਏ। ਫਿਰ ਉਹਦੇ ਵਿੱਚ ਸਮਾ ਗਏ ਤੇ ਫਿਰ ਸ਼ਬਦ ਵਾਰ ਉਹਨਾਂ ਨੂੰ ਜਗਾਇਆ ਗਿਆ। ਫਿਰ ਉਹਨਾਂ ਨੂੰ ਸੁੰਨ ਮੰਡਲ 'ਚ ਲਿਆਂਦਾ ਗਿਆ। ਫਿਰ ਸੁੰਨ ਮੰਡਲ ਜਾ ਕੇ ਫਿਰ ਸੰਗਤ ਹੁੰਦੀ, ਫਿਰ ਸਭਾ ਪਾਰ ਬ੍ਰਹਮ ਸੀ। ਫਿਰ ਉੱਥੇ ਡਿਊਟੀਆਂ ਲਾਈਆਂ ਜਾਂਦੀਆਂ ਵੀ ਅੱਜ ਤੁਸੀਂ ਹੁਣ ਵਪਾਰੀ ਬਣ ਕੇ ਜਾ, ਤੁਸੀਂ ਪਰਦੇਸ ਜਾ ਕੇ ਵਪਾਰ ਕਰ। ਗੁਰਮੁਖ ਡਿਊਟੀ ਸੁਣਦੇ ਤੇ ਉਹ ਫਿਰ ਵਪਾਰੀ ਬਣ ਕੇ ਆ ਜਾਂਦੇ। ਜਦੋਂ ਵਪਾਰੀ ਬਣ ਕੇ ਆਉਂਦੇ ਫਿਰ ਉਹ ਇੱਥੇ ਆ ਕੇ ਵਪਾਰ ਕਰਦੇ। ਫਿਰ ਉਹ ਕਿਹੜਾ ਵਪਾਰ ਕਰਦੇ ਤੇ ਉਹ ਵਪਾਰ ਕਿਵੇਂ ਕਰਦੇ। ਫਿਰ ਉਹ ਇੱਥੇ ਆ ਕੇ ਸੱਚ ਤੇ ਨਾਮ ਦੀ ਵਡਿਆਈ ਕਰਦੇ। ਸਾਨੂੰ ਜੀਵਾਂ ਨੂੰ ਸਿਮਰਨ ਕਰਾਉਂਦੇ, ਸਾਡਾ ਸਵਾਸਾਂ ਦਾ ਧਨ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਂਦੇ। ਇਹਨੂੰ ਫਿਰ ਕਹਿੰਦੇ ਵਣਜ ਕਰਨਾ, ਵਪਾਰ ਕਰ। ਵੀ ਇਹ ਜਿਹੜੇ ਸਾਡੇ ਵੱਖਰ ਸਵਾਸ ਨੇ ਇਹਨਾਂ ਨੂੰ ਸੰਭਾਲਣ, ਇਹਨਾਂ ਨੂੰ ਮੋਖ ਦੇ ਹੱਟ 'ਤੇ, ਚੌਥੇ ਹੱਟ 'ਤੇ ਜਮ੍ਹਾਂ ਕਰਾ ਦਿਓ। ਮਾਰੇ ਫਰਮਾਉਂਦੇ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ। ਐਸੀ ਵਸਤ ਵਸਾਈਏ ਜੈਸੀ ਨਿਭੇ ਨਾਲ, ਅੱਗੇ ਸੌ ਸੁਝਾਨ ਹੈ ਲੈਸੀ ਵਸ ਸੰਭਾਲ। ਭਾਈ ਰੇ ਰਾਮ ਕਹੋ ਚਿੱਤ ਲਾਏ। ਫਿਰ ਕਿਵੇਂ ਅਸੀਂ ਚਿੱਤ ਲਾ ਕੇ ਸਿਮਰਨ ਕਰਨਾ, ਉਹ ਸਾਨੂੰ ਵਿਧੀ ਜੁਗਤੀ ਤਰੀਕਾ ਦੱਸਦੇ ਤੇ ਸੱਚ ਦੇ ਨਾਮ ਦੀ ਮਹਿਮਾ ਕਰਦੇ, ਘਰ ਦੀ ਵਡਿਆਈ ਕਰਦੇ। ਇਹ ਫਿਰ ਉਹ ਸਾਰਾ ਦਿਨ ਵਣਜ ਕਰਦੇ, ਵਪਾਰ ਕਰਦੇ। ਮਾਰੇ ਸੱਚੇ ਪਾਤਸ਼ਾਹ ਫਿਰ ਇਸ ਲਈ ਦੱਸਦੇ ਵੀ ਗਿਆਨੀਆਂ ਦਾ ਜਿਹੜਾ ਧਨ ਹੈ, ਉਹਨਾਂ ਕੋਲੋਂ ਨਾਮ ਧਨ। ਫਿਰ ਉਹ ਨਾਮ ਦਾ ਹੀ ਵਪਾਰ ਕਰਦੇ ਤੇ ਕਿਵੇਂ ਕਰਦੇ, ਸਹਿਜ ਦੇ ਵਿੱਚ। ਮਾਰੇ ਫਰਮਾਉਂਦੇ ਗਿਆਨੀਆਂ ਕਾ ਧਨ ਹਰ ਨਾਮ ਹੈ, ਸਹਿਜ ਕਰੇ ਵਪਾਰ। ਫਿਰ ਉਹ ਗੁਰਮੁਖ ਇੱਥੇ ਆ ਕੇ ਸ਼ਬਦ ਦਾ ਲੰਗਰ ਲਾ ਦਿੰਦੇ। ਫਿਰ ਉਹ ਲੰਗਰ ਵਰਤਾਈ ਜਾਂਦੇ। ਜਿੰਨਾ ਵਰਤਾਈ ਜਾਂਦੇ ਉਹ ਤੋਟ ਹੀ ਨਹੀਂ ਆਉਂਦੀ, ਉਹ ਹੋਰ ਵੱਧਦਾ ਜਾਂਦੇ। ਮਹਾਰਾਜ ਕਹਿੰਦੇ ਲੰਗਰ ਚੱਲੇ ਕਰ ਸ਼ਬਦ ਹਰ, ਤੋਟ ਨਾ ਆਵੀ ਖਟੀਏ। ਵੀ ਇਹਦੀ ਤੋਟ ਆਉਂਦੀ ਹੋਈ ਨਹੀਂ, ਕਿਉਂਕਿ ਭੰਡਾਰਾ ਮਾਲਕ ਦਾ ਤੇ ਗੁਰਮੁਖਾਂ ਨੇ ਵਰਤਾਉਣਾ ਹੀ ਆ, ਉਸ ਵਪਾਰ ਕਰੀ ਜਾਣ। ਮਹਾਰਾਜ ਕਹਿੰਦੇ ਵੀ ਇਹ ਜਿੰਨਾ ਅਸੀਂ ਵਰਤਾਈ ਜਾਣਾ ਓਨਾ ਹੀ ਹੋਰ ਵੱਧਦਾ ਹੀ ਜਾਣਾ, ਇਹਨੇ ਘਟਣਾ ਨਹੀਂ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ 'ਚ। ਉਹ ਫਿਰ ਇਸ ਤਰ੍ਹਾਂ ਵਣਜ ਕਰਦੇ, ਵਪਾਰ ਕਰਦੇ, ਸ਼ਬਦ ਦਾ ਲੰਗਰ ਲਾ ਦਿੰਦੇ। ਸਾਰਾ ਦਿਨ ਫਿਰ ਉਹ ਇਸੇ ਤਰ੍ਹਾਂ ਹੀ
ਵਪਾਰ ਕਰਦੇ ਰਹਿੰਦੇ, ਵਣਜ ਕਰਦੇ ਰਹਿੰਦੇ। ਜਦੋਂ ਫਿਰ ਰਾਤ ਹੁੰਦੀ ਤੇ ਸ਼ਬਦ ਨੂੰ ਪਕੜ ਕੇ ਫਿਰ ਘਰ ਚਲੇ ਜਾਂਦੇ, ਆਪਣੇ ਦੇਸ਼ ਨੂੰ ਚਲੇ ਜਾਂਦੇ। ਫਿਰ ਜਾ ਕੇ ਮਾਲਕ 'ਚ ਲੀਨ ਹੁੰਦੇ, ਫਿਰ ਸ਼ਬਦ ਦੁਬਾਰਾ ਜਗਾਇਆ ਜਾਂਦਾ, ਫਿਰ ਸੁੰਨ ਮੰਡਲ 'ਚ ਲੈ ਆਉਂਦੇ। ਫਿਰ ਉੱਥੇ ਸਭਾ ਹੁੰਦੀ, ਫਿਰ ਉੱਥੇ ਡਿਊਟੀਆਂ ਲੱਗਦੀ। ਫਿਰ ਕਿਤੇ ਗੁਰਮੁਖਾਂ ਦੀ ਡਿਊਟੀ ਲੱਗਦੀ ਵੀ ਤੁਸੀਂ ਅੱਜ ਹੁਣ ਖਿਡਾਰੀ ਬਣ ਕੇ ਜਾਓ, ਤੇ ਗੁਰਮੁਖ ਖਿਡਾਰੀ ਬਣ ਕੇ ਆ ਜਾਂਦੇ। ਜਦੋਂ ਖਿਡਾਰੀ ਬਣ ਕੇ ਆਉਂਦੇ, ਉਹਨਾਂ ਨੂੰ ਪਤਾ ਵੀ ਖੇਲਣਾ ਕਿਵੇਂ, ਕਿਉਂਕਿ ਖੇਲ ਨੂੰ ਜਿੱਤੇ ਹੋਏ ਨੇ, ਉਹਨਾਂ ਨੂੰ ਸਾਰਾ ਇਹ ਖੇਲ ਦੀ ਜਾਣਕਾਰੀ। ਹੁਣ ਜਿਉਂ ਹੀ ਗੁਰਮੁਖ ਸ਼ਬਦ ਦੁਆਰਾ ਪਹਿਲਾਂ ਨਿਜ ਘਰ ਆਉਂਦੇ, ਨਿਜ ਘਰ ਤੋਂ ਫਿਰ ਇੱਧਰ 9 ਦਰਾਂ 'ਚ ਪ੍ਰਵੇਸ਼ ਹੋਣ। ਹੁਣ ਇਸ ਲੋਕ ਦੇ ਜਿਨ੍ਹਾਂ ਦੇ ਨਾਲ ਅਸੀਂ ਖੇਡਣਾ, ਇਹ ਕਾਲ ਦੇ ਜਰਨੈਲ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਦਰ ਦੇ ਉੱਤੇ ਖੜੇ ਹੁੰਦੇ ਵੀ ਮਾਨੇ ਜਿਹੜਾ ਇੱਧਰ ਆ ਰਹੇ ਆ ਸਾਡੇ ਨਾਲ ਖੇਲਣ ਵਾਸਤੇ, ਤੇ ਇਹਨੂੰ ਆਉਣ ਸਾਰੀ ਕਿਵੇਂ ਹੁਣ ਹਰਾਉਣਾ, ਉਹ ਵੀ ਤਿਆਰੀ 'ਚ ਹੁੰਦੇ ਨੇ। ਜਿਹੜੇ ਗੁਰਮੁਖ ਹੋਏ ਇਹਨਾਂ ਦੀ ਚਾਲ ਨੂੰ ਸਮਝਦੇ। ਇਹਨਾਂ ਨੇ ਕੀ ਕਰਨਾ ਹੁੰਦਾ, ਪਹਿਲਾਂ ਇਹਨਾਂ ਨੇ ਸਾਡਾ ਇਹ ਜਿਹੜੇ 2 ਨੇਤਰ ਨੇ, ਚੰਦ ਸੂਰਜ ਦਾ ਸੰਤੁਲਨ ਵਿਗਾੜਨਾ, ਬਈ ਇਹਨਾਂ ਨੂੰ ਇੱਕ ਪਾਸਿਓਂ ਘੱਟ ਦਿਸੇ, ਇੱਕ ਪਾਸਿਓਂ ਜ਼ਿਆਦਾ ਦਿਸੇ। ਇਹ ਕੀ ਕਰਦੇ, ਸਾਡਾ ਸੰਤੁਲਨ ਵਿਗਾੜ ਦਿੰਦੇ। ਸਾਨੂੰ ਜਿਹੜੀ ਸੱਜੀ ਅੱਖ ਹੈ, ਸੱਜਾ ਨੇਤਰ, ਇਹਨੂੰ ਸੂਰਜ ਦਾ ਨਾਮ ਦਿੱਤਾ, ਸਾਨੂੰ ਇੱਧਰੋਂ ਜ਼ਿਆਦਾ ਦਿਸਦਾ। ਜਿਹੜਾ ਸਾਡਾ ਖੱਬਾ ਨੇਤਰ, ਇਹਨੂੰ ਚੰਦਰਮਾ ਕਹਿੰਦੇ, ਇੱਧਰੋਂ ਸਾਨੂੰ ਘੱਟ ਦਿਖਾਈ ਦਿੰਦਾ। ਇਹ ਸੰਤੁਲਨ ਵਿਗਾੜ ਦਿੰਦੇ ਵੀ ਜਦੋਂ ਇਹਨਾਂ ਨੂੰ ਘੱਟ ਵੱਧ ਦਿਸੇਗਾ, ਫਿਰ ਇਹ ਪਰਮਾਤਮਾ ਨੂੰ ਨਹੀਂ ਦੇਖ ਸਕਦੇ, ਫਿਰ ਇਹ ਮਾਲਕ ਨੂੰ ਨਹੀਂ ਦੇਖ ਸਕਦੇ। ਗੁਰਮੁਖ ਇਹਨਾਂ ਦੀ ਚਾਲ ਨੂੰ ਸਮਝਦੇ, ਉਹ ਪਹਿਲਾਂ ਇਹ ਚੰਦ ਸੂਰਜ ਨੂੰ ਸਮ ਕਰਦੇ, ਫਿਰ ਇਹਨਾਂ ਨੇ ਪਾਉਣ ਦਾ ਸੰਤੁਲਨ ਵਿਗਾੜਿਆ ਹੁੰਦਾ ਵੀ ਇੱਕ ਪਾਸੇ ਘੱਟ ਕਰ ਦਿੰਦੇ, ਇੱਕ ਪਾਸੇ ਜ਼ਿਆਦਾ ਕਰ ਦਿੰਦੇ। ਵੀ ਜਿਉਂ ਹੀ ਆ ਕੇ ਪਾਉਣ 'ਚ ਪ੍ਰਵੇਸ਼ ਹੋਣ, ਜੇ ਵਹਾ ਸੱਜੇ ਪਾਸੇ ਜ਼ਿਆਦਾ ਹੋ ਗਿਆ, ਇੱਧਰ ਸੂਰਜ ਹੈ ਅਤੇ ਇੱਧਰ ਤਮੋ ਗੁਣ ਹੈ, ਵੀ ਇਹ ਤਮੋ ਗੁਣੀ ਹੋ ਜਾਣਗੇ। ਆਉਣ ਸਾਰੀ, ਉੱਠਣ ਸਾਰੀ ਸਾਡੇ ਉੱਤੇ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਵੈਰ, ਵਿਰੋਧ, ਹਉਮੈ, ਹੰਕਾਰ, ਇਹ ਵਿਚਾਰ ਇੰਨੇ ਹਾਵੀ ਹੋ ਜਾਣਗੇ। ਜੇ ਵਹਾ ਖੱਬੇ ਪਾਸੇ ਜ਼ਿਆਦਾ ਹੈ, ਇੱਧਰ ਚੰਦਰਮਾ ਅਤੇ ਇੱਧਰ ਰਜੋ ਗੁਣ, ਫਿਰ ਜੇ ਵਹਾ ਇੱਧਰ ਜ਼ਿਆਦਾ ਅਤੇ ਇਹ ਰਜੋ ਗੁਣ ਦੇ ਵਿੱਚ ਇਹ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸੈਂਸੇ, ਫਿਕਰ, ਚਿੰਤਾਵਾਂ, ਇਹ ਵਿਚਾਰ ਸਾਡੇ ਉੱਤੇ ਇੰਨੇ ਹਾਵੀ ਹੋ ਜਾਣਗੇ। ਹੁਣ ਜਿਹੜੇ ਗੁਰਮੁਖ, ਉਹ ਫਿਰ ਨਾ ਤਾਂ ਸੱਜੇ ਪਾਸੇ ਜਾਣ ਦਿੰਦੇ, ਨਾ ਖੱਬੇ ਪਾਸੇ, ਉਹ ਪਾਉਣ ਨੂੰ ਸਮ ਕਰ ਲੈਂਦੇ। ਜਦੋਂ ਬਰਾਬਰ ਕਰਦੇ, ਨਾ ਤਾਂ ਇਹ ਰਜੋ ਗੁਣ ਦੇ ਵਿੱਚ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ ਉਹਨਾਂ 'ਤੇ ਹਾਵੀ ਹੁੰਦੀਆਂ, ਨਾ ਹੀ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਹਾਵੀ ਹੁੰਦੀ। ਫਿਰ ਉਹ ਇੱਧਰ ਆ ਕੇ ਜਦੋਂ ਪ੍ਰਵੇਸ਼ ਹੁੰਦੇ, ਤੇ ਇਹ ਉਦੋਂ ਹੀ ਸਮਝ ਜਾਂਦੇ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਨਾਲ ਖੇਲਣ ਵਾਸਤੇ ਜਿਹੜੇ ਆਏ ਨੇ, ਵੀ ਇਹ ਚੰਗੇ ਖਿਡਾਰੀ ਨੇ, ਵੀ ਇਹ ਖੇਲ ਨੂੰ ਸਮਝਦੇ। ਫਿਰ ਇਹ ਪਾਸੇ ਹਟ ਜਾਂਦੇ, ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਗੁਰਮੁਖ। ਫਿਰ ਇਹ ਲੜਦੇ ਨਹੀਂ, ਫਿਰ ਇਹ ਖੇਡਦੇ ਨਹੀਂ, ਫਿਰ ਇਹ ਦੂਰ ਹੀ ਆਪ ਪਾਸੇ ਹੋਈ ਜਾਂਦੇ। ਫਿਰ ਉਹ ਗੁਰਮੁਖ ਨਾਲ ਨਾਲ ਅਭਿਆਸ ਕੀਤੀ ਜਾਂਦੇ, ਨਾਲ ਨਾਲ ਜੋ ਕਰਮ ਕਰਨਾ ਸੰਸਾਰ ਦਾ ਕਰਮ ਕੀਤੀ ਜਾਂਦੇ, ਨਾਲ ਨਾਲ ਮਾਲਕ ਦੀ ਆਵਾਜ਼ ਨੂੰ ਸੁਣੀ ਜਾਂਦੇ, ਪਰਮਾਤਮਾ ਨੂੰ ਦੇਖੀ ਜਾਂਦੇ, ਦਰਸ਼ਨ ਕਰਦੇ ਰਹਿੰਦੇ। ਇਸ ਤਰ੍ਹਾਂ ਫਿਰ ਉਹ ਸਾਰਾ ਦਿਨ ਜਦੋਂ ਖੇਡਦੇ,
ਤੇ ਸ਼ਾਮ ਨੂੰ ਜਦੋਂ ਖੇਲ ਸਮਾਪਤ ਹੁੰਦਾ ਫਿਰ ਉਹ ਜਿੱਤ ਕੇ ਘਰ ਚਲੇ ਜਾਂਦੇ ਵਾਪਸ। ਫਿਰ ਇਹ ਜਿਹੜੇ ਪੰਜ ਰੋਣ ਲੱਗ ਜਾਂਦੇ ਵੀ ਇਹ ਜਿੱਤ ਗਏ, ਅਸੀਂ ਹੁਣ ਹਾਰ ਗਏ। ਅਤੇ ਜਿਹੜਾ ਹਾਰਦਾ ਉਹਨੂੰ ਫਿਰ ਉਦਾਸੀ ਹੁੰਦੀ, ਉਹ ਰੋਂਦਾ। ਫਿਰ ਇਸੇ ਤਰ੍ਹਾਂ ਹੀ ਇਹ ਪੰਜ ਨਹੀਂ ਤਾਂ ਖੁਸ਼ੀ ਮਨਾਉਂਦੇ, ਕਿਉਂਕਿ ਇੱਥੋਂ ਜਦੋਂ ਅਸੀਂ ਹਾਰ ਕੇ ਜਾਂਦੇ ਫਿਰ ਇਹ ਖੁਸ਼ੀ ਮਨਾਉਂਦੇ ਵੀ ਅਸੀਂ ਇਹਨਾਂ ਨੂੰ ਹਰਾ ਕੇ ਭੇਜੇ। ਜਿਹੜੇ ਗੁਰਮੁਖ ਉਹਨਾਂ ਨੂੰ ਫਿਰ ਹਰਾ ਨਹੀਂ ਸਕਦੇ, ਅਤੇ ਫਿਰ ਇਸ ਕਰਕੇ ਰੋਣ ਲੱਗ ਜਾਂਦੇ। ਪੰਜੇ ਰੋਣੇ ਦੁੱਖ ਭਰੇ, ਬਿਨਸੇ ਦੂਜੇ ਭਾਈ। ਫਿਰ ਗੁਰਮੁਖ ਉਸੇ ਤਰ੍ਹਾਂ ਹੀ ਸ਼ਬਦ ਵਾਰਾ ਜਾਂਦੇ, ਮਾਲਕ 'ਚ ਲੀਨ ਹੁੰਦੇ। ਫਿਰ ਸ਼ਬਦ ਵਾਰਾ ਉਹਨਾਂ ਨੂੰ ਜਗਾਇਆ ਜਾਂਦਾ, ਫਿਰ ਸੁੰਨ ਮੰਡਲ 'ਚ ਲੈ ਆਉਂਦੇ, ਫਿਰ ਉੱਥੇ ਸੰਗਤ ਹੁੰਦੀ। ਇਸ ਤਰ੍ਹਾਂ ਫਿਰ ਗੁਰਮੁਖਾਂ ਦੀਆਂ ਡਿਊਟੀਆਂ ਜਿਹੜੀਆਂ ਉਹ ਬਦਲਦੀਆਂ ਰਹਿੰਦੀਆਂ, ਅਤੇ ਇਸ ਤਰ੍ਹਾਂ ਗੁਰਮੁਖਾਂ ਦਾ ਆਉਣ ਜਾਣ ਬਣਿਆ ਰਹਿੰਦਾ। ਉਹਨਾਂ ਦਾ ਹਮੇਸ਼ਾ ਹੀ ਦਰ ਖੁੱਲ੍ਹਾ ਰਹਿੰਦਾ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਦਰਗਾਹ ਦੇ ਵਿੱਚ। ਮਹਾਰਾਜ ਤਾਂਹੀਓ ਫਰਮਾਉਂਦੇ, ਗੁਰਮੁਖ ਦਰਗਾਹ ਮੰਨੀਏ ਹਰ ਆਪ ਲਏ ਗਲ ਲਾਈ। ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਈ। ਉਹਨਾਂ ਦੇ ਦਰ ਸਦਾ ਹੀ ਖੁੱਲ੍ਹੇ ਗੁਰਮੁਖਾਂ 'ਚ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜੇ ਹੁਣ ਅਸੀਂ ਭੁੱਲ ਗਏ ਹਾਂ ਰਸਤਾ ਘਰ ਜਾਣ ਦਾ, ਫਿਰ ਅਸੀਂ ਉਹਨਾਂ ਗੁਰਮੁਖਾਂ ਤੋਂ ਪੁੱਛ ਸਕਦੇ। ਉਹਨਾਂ ਨੂੰ ਫਿਰ ਜਿਹੜੇ ਗੁਰਮੁਖ ਇਸ ਅਵਸਥਾ ਦੇ ਵਿੱਚ ਚਲੇ ਗਏ, ਜਿਨ੍ਹਾਂ ਨੇ ਮਾਲਕ ਨਾਲ ਮਿਲਾਪ ਕਰ ਲਿਆ, ਘਰ 'ਚ ਆਉਣ ਜਾਣ ਬਣਾ ਲਿਆ, ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਸੰਤ ਸਾਧੂ ਭਗਤ ਬ੍ਰਹਮ ਗਿਆਨੀ ਗੁਰਮੁਖ ਗੁਰੂ ਸਤਿਗੁਰ ਦਾ ਖਿਤਾਬ ਦੇ ਦਿੱਤਾ ਵੀ ਤਾਂ ਕਿ ਜੋ ਵੀ ਅਸੀਂ ਪੁੱਛਣਾ ਚਾਹੁੰਦੇ ਪਰਮਾਤਮਾ ਨੂੰ ਮਿਲਾਪ ਦੇ ਰਸਤੇ ਵਿੱਚ, ਜੋ ਵੀ ਸਾਨੂੰ ਰਸਤੇ 'ਚ ਕੋਈ ਰੁਕਾਵਟ ਆਉਂਦੀ, ਫਿਰ ਅਸੀਂ ਉਹਨਾਂ ਗੁਰਮੁਖਾਂ ਤੋਂ ਅਸੀਂ ਪੁੱਛ ਸਕਦੇ ਹਾਂ ਅਤੇ ਅਸੀਂ ਮਾਲਕ ਨਾਲ ਮਿਲਾਪ ਕਰ ਸਕਦੇ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਉਹਨਾਂ ਤੋਂ ਪੁੱਛੋ ਸੰਤਾਂ ਤੋਂ। ਸੰਤਾਂ ਨੂੰ ਗੁਰਬਾਣੀ ਗੁਰੂ ਵਿੱਚ ਪਦਾਊ ਵੀ ਕਹਿੰਦੇ ਬਈ ਉਹ ਮਾਲਕ ਦੇ ਨੌਕਰ ਨੇ, ਚਾਕਰ ਨੇ। ਉਹਨਾਂ ਨੂੰ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੈ, ਉਹਨਾਂ ਨੂੰ ਕੋਈ ਰੋਕ ਟੋਕ ਵੀ ਜੇ ਤੁਸੀਂ ਭੁੱਲ ਗਏ ਹੋ, ਜੇ ਤੁਸੀਂ ਆਪਣੇ ਘਰ ਦੀ ਕੋਈ ਗੱਲਬਾਤ ਪੁੱਛਣੀ, ਤੁਸੀਂ ਉਹਨਾਂ ਤੋਂ ਪੁੱਛ ਲਓ। ਮਾਰੇ ਫਰਮਾਉਂਦੇ ਪੁੱਛੋ ਜਾਏ ਪਦਾਵਾਂ ਚੱਲੇ ਚਾਕਰ ਹੋਏ, ਰਾਜਨ ਜਾਣਨ ਆਪਣਾ ਦਰ ਘਰ ਠਾਕ ਨਾ ਹੋਈ। ਵੀ ਉਹਨਾਂ ਨੂੰ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੈ, ਅਤੇ ਉਹ ਮਾਲਕ ਦੇ ਨੌਕਰ ਨੇ, ਚਾਕਰ ਨੇ। ਜੇ ਅਸੀਂ ਮਾਲਕ ਦੀ ਕੋਈ ਗੱਲ ਪੁੱਛਣੀ ਤਾਂ ਉਹਦੇ ਨੌਕਰਾਂ ਤੋਂ ਪੁੱਛ ਸਕਦੇ। ਜੇ ਅਸੀਂ ਉਹਨੂੰ ਮਿਲਣਾ ਅਤੇ ਕਿਵੇਂ ਮਿਲਣਾ, ਫਿਰ ਅਸੀਂ ਉਹਨਾਂ ਤੋਂ ਪੁੱਛ ਸਕਦੇ। ਤਾਈਆਂ ਫਿਰ ਸਾਨੂੰ ਸਮਝਾਉਂਦੇ ਵੀ ਸੰਤਾਂ ਤੋਂ ਪੁੱਛੋ। ਕੀ ਪੁੱਛਣਾ? ਮਹਾਰਾਜ ਕਹਿੰਦੇ ਪੁੱਛੋ ਸੰਤੋ ਮੇਰਾ ਠਾਕਰ ਕੈਸਾ, ਹਿਉ ਰਾਪੋਂ ਦਿਓ ਸੰਦੇਸ਼। ਵੀ ਤੁਸੀਂ ਸੰਤ ਹੋ ਅਤੇ ਸਾਨੂੰ ਸੰਦੇਸ਼ਾ ਦਿਓ ਮਾਲਕ ਦਾ, ਵੀ ਮਾਲਕ ਸਾਨੂੰ ਕੀ ਉਪਦੇਸ਼ ਕਰਨਾ ਚਾਹੁੰਦਾ, ਉਹ ਸਾਨੂੰ ਕੀ ਸਮਝਾ ਰਿਹਾ, ਉਹ ਕਿਹੋ ਜਿਹੇ ਨੇ ਅਤੇ ਅਸੀਂ ਕਿਵੇਂ ਉਹਨੂੰ ਮਿਲ ਸਕਦੇ। ਫਿਰ ਗੁਰਬਾਣੀ ਗੁਰੂ ਵਿੱਚ ਸਾਨੂੰ ਭਗਤਾਂ ਨੇ, ਸੰਤਾਂ ਨੇ ਇਹੋ ਸਾਰਾ ਫਿਰ ਭੇਜ ਦਿੱਤਾ। ਜਦੋਂ ਇਸ ਮਾਰਗ ਦੇ ਉੱਤੇ ਚੱਲੇ, ਸਿਰਫ ਉਹਨਾਂ ਦੇ ਅੰਦਰ ਹਜੇ ਤੜਫ ਅਤੇ ਵੈਰਾਗੀ ਸੀ, ਅਤੇ ਫਿਰ ਉਹਨਾਂ ਨੇ ਜਦੋਂ ਮਿਲਾਪ ਕੀਤਾ, ਫਿਰ ਉਹਨਾਂ ਨੇ ਆਪਾਂ ਨੂੰ ਲਿਖਤੀ ਰੂਪ ਵਿੱਚ ਦੱਸੀ ਵੀ ਤਾਂ ਕਿ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਾਂਗੇ, ਵਾਰ-ਵਾਰ ਪੜ੍ਹਾਂਗੇ, ਵਿਚਾਰਾਂਗੇ, ਸਾਨੂੰ ਸਮਝ ਲੱਗ ਜੂ, ਵੀ ਤਾਂ ਕਿ ਸਾਨੂੰ ਹੋਰ ਪਾਸੇ ਆਸੇ ਪਾਸੇ ਨਾ ਭਟਕਣਾ ਪਵੇ, ਅਸੀਂ ਕਦੇ ਗਲਤ ਰਾਹ ਨਾ ਪੈ ਜਾਈਏ। ਇਹ ਨਾ ਹੋਵੇ
ਵੀ ਅਸੀਂ ਮਾਨਸ ਜਾਮਾ ਇੰਨੇ ਲੰਮੇ ਸਮੇਂ ਬਾਅਦ ਮਿਲੇ ਆ ਤੇ ਅਸੀਂ ਹੋਰ ਰਸਤੇ ਤੇ ਪੈ ਕੇ ਇਹ ਮਾਨਸ ਜਾਮੇ ਨੂੰ ਫਿਰ ਦੁਬਾਰਾ ਵਾਪਸ ਹੋਰਾਂ ਜੂਨਾਂ ਵਿੱਚ ਮੁੜ ਜਾਈਏ, ਫਿਰ ਨਾ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਜਾਈਏ। ਇਸ ਵਾਸਤੇ ਗੁਰੂ ਸਾਹਿਬਾਨਾਂ ਨੇ ਬੜੀ ਵੱਡੀ ਆਪਣੇ 'ਤੇ ਕਿਰਪਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਯੁੱਧ ਕਰਦੇ ਹੋਏ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਫਿਰ ਵੀ ਕਿੰਨੀ ਲੰਮੀ ਦ੍ਰਿਸ਼ਟੀ ਉਹਨਾਂ ਦੀ ਬਈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਾਂ ਕਿ ਜੀਵ ਜਿਹੜੇ ਜਗਿਆਸੂ ਹੋਣਗੇ, ਜਿਨ੍ਹਾਂ ਦੇ ਅੰਦਰ ਤੜਫ ਹੋਏਗੀ, ਵਿਰਾਗ ਹੋਏਗੀ ਪਰਮਾਤਮਾ ਨੂੰ ਮਿਲਣ ਵਾਸਤੇ, ਉਹ ਫਿਰ ਗੁਰਬਾਣੀ ਗੁਰੂ ਤੋਂ ਰਸਤਾ ਪੁੱਛ ਕੇ, ਸਤਿਗੁਰਾਂ ਤੋਂ ਪੁੱਛ ਕੇ ਉਹ ਮਿਲਾਪ ਕਰ ਲੈਣਗੇ ਅਤੇ ਆਪਦਾ ਜੀਵਨ ਹੈ ਜਿਹੜਾ ਉਹ ਸਫਲ ਕਰ ਲੈਣਗੇ। ਇਸ ਵਾਸਤੇ ਫਿਰ ਆਪਾਂ ਨੂੰ ਰੋਜ਼ ਸਮਝਾਉਂਦੇ, ਆਪਾਂ ਦੋਹਰਾ ਰੋਜ਼ ਪੜ੍ਹਦੇ ਵੀ ਜਿਹੜੇ ਮਾਲਕ ਨੂੰ ਮਿਲਣਾ ਚਾਹੁੰਦੇ ਸੀ, ਸ਼ਬਦਾਂ ਦੇ ਵਿੱਚ ਹੀ ਭੇਜ ਦਿੱਤਾ ਗਿਆ ਇਹ ਸਾਰਾ, ਅਤੇ ਤੁਸੀਂ ਜੇ ਮਿਲਣਾ ਚਾਹੁੰਦੇ ਹੋ ਤਾਂ ਮਿਲ ਲਓ, ਖੋਜ ਕਰ ਲਓ। ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮਿਲੇ, ਵੀ ਸ਼ਬਦਾਂ 'ਚ ਭੇਜ ਦਿੱਤਾ, ਖੋਜ ਲਓ। ਹੁਣ ਭੇਜ ਤਾਂ ਸਾਰਾ ਦਿੱਤਾ, ਪਰ ਮਹਾਰਾਜ ਕਹਿੰਦੇ ਖੋਜੇਗਾ ਕੋਈ ਵਿਰਲਾ ਹੀ। ਸ਼ਬਦਾਂ ਮਾਹੇ ਵਖਾਣੀਏ ਵਿਰਲਾ ਤਾਂ ਬੁੱਝੇ ਕੋਈ, ਬਈ ਵਿਰਲਾ ਹੀ ਬੁੱਝੇਗਾ। ਆਮ ਜੀਵ ਜਿਹੜਾ ਉਹ ਨਹੀਂ ਬੁੱਝਦਾ, ਕਿਉਂਕਿ ਉਹ ਆਪ ਇੱਧਰ ਸੰਸਾਰ ਵਿੱਚ ਮਾਇਆ ਨਾਲ ਜੁੜਿਆ ਹੋਣ ਕਰਕੇ ਉਹ ਗੁਰਬਾਣੀ ਗੁਰੂ ਨੂੰ ਵੀ ਕਰਮ ਦੇ ਨਾਲ ਜੋੜ ਲੈਂਦਾ। ਉਹ ਆਪ ਕਰਮ ਨਾਲ ਜੁੜਿਆ ਹੋਣ ਕਰਕੇ ਉਹ ਇਹਨੂੰ ਵੀ ਕਰਮ ਬਣਾ ਲੈਂਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਲਈ ਸਾਨੂੰ ਸਮਝਾਉਂਦੇ ਬਈ ਗੁਰਬਾਣੀ ਗੁਰੂ ਵਿੱਚ ਕਿਵੇਂ ਅਸੀਂ ਮਾਲਕ ਤੋਂ ਵਿਛੜੇ ਅਤੇ ਕਿਵੇਂ ਹੁਣ ਅਸੀਂ ਮਿਲਾਪ ਕਰ। ਔਰ ਉਹਦੇ ਵਾਸਤੇ ਰਸਤੇ ਵਿੱਚ ਸਭ ਤੋਂ ਵੱਡੀ ਜਿਹੜੀ ਰੁਕਾਵਟ ਹੈ ਉਹਨੇ ਸਾਡੇ ਵਿਚਾਰ, ਸਾਡੇ ਫੁਰਨੇ। ਇਹ ਵਿਚਾਰਾਂ ਨੂੰ ਭਰਮ ਦਾ ਪੜਦਾ ਕਹਿੰਦੇ, ਇਹਨੂੰ ਕਾਲ ਦਾ ਜਾਲ ਕਹਿੰਦੇ। ਇਹ ਕਾਲ ਨੇ ਵਿਚਾਰਾਂ ਦਾ ਜਾਲ ਪਾਇਆ ਹੋਇਆ ਸਾਡੇ ਤੇ ਮਾਲਕ ਦੇ ਵਿੱਚ। ਇਸੇ ਵਿਚਾਰਾਂ ਨੂੰ ਹੀ ਕੂੜ ਦੀ ਪਾਲ ਕਹਿੰਦੇ। ਕੰਧ, ਦੀਵਾਰ ਵਿਚਾਰਾਂ ਦੀ ਸਾਡੇ ਤੇ ਪਰਮਾਤਮਾ ਦੇ ਵਿੱਚ ਖੜੀ ਹੈ। ਹੁਣ ਇਹ ਦੀਵਾਰ ਨੂੰ ਜਦ ਤੱਕ ਅਸੀਂ ਤੋੜਦੇ ਨਹੀਂ, ਉਹਨਾਂ ਸਮਾਂ ਅਸੀਂ ਸਚਿਆਰ ਨਹੀਂ ਹੋ ਸਕਦੇ। ਮਹਾਰਾਜ ਤਾਂਹੀਓ ਸਾਨੂੰ ਰੋਜ਼ ਫਰਮਾਉਂਦੇ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੋਟੇ ਪਾਲ। ਹੁਣ ਇਹ ਕੂੜ ਦੀ ਪਾਲ ਨੂੰ ਤੋੜਨ ਵਾਸਤੇ ਗੁਰੂ ਦਾ ਸ਼ਬਦ ਜਿਹੜਾ ਇਹ ਬਾਣ ਹੈ। ਜਦੋਂ ਹੁਣ ਅਸੀਂ ਇਹ ਬਾਣ ਮਾਰਾਂਗੇ ਫਿਰ ਇਹ ਦੀਵਾਰ ਟੁੱਟੇਗੀ ਅਤੇ ਫਿਰ ਸਾਡੇ ਮਨ ਦਾ ਵਾਸਾ ਨਿਜ ਕਰ। ਮਹਾਰਾਜ ਇਸ ਲਈ ਫਰਮਾਉਂਦੇ, ਗੁਰ ਕੇ ਬਾਣ ਬੱਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ, ਸਖਤ ਅੰਧੇਰ ਜੀਵੜੀ ਭਰਮ ਚੂਕਾ, ਨਿਚਲ ਸ਼ਿਵ ਘਰ ਵਸ। ਵੀ ਸਾਡਾ ਨਿਚਲ ਵਾਸਾ ਸਾਡੇ ਘਰ ਹੋ ਜਾਏਗਾ ਜੇ ਅਸੀਂ ਇਹ ਦੀਵਾਰ ਨੂੰ ਤੋੜ ਦਾਂਗੇ। ਆਓ ਹੁਣ ਕਿਵੇਂ ਅਸੀਂ ਇਹ ਦੀਵਾਰ ਨੂੰ ਤੋੜਨਾ? ਗੁਰੂ ਦਾ ਸ਼ਬਦ ਇਹ ਬਾਣ ਹੈ। ਹੁਣ ਜਦੋਂ ਅਸੀਂ ਇਹ ਬਾਣ ਮਾਰਾਂਗੇ ਲਗਾਤਾਰ ਅਤੇ ਫਿਰ ਇਹ ਦੀਵਾਰ ਟੁੱਟੇਗੀ। ਆਓ ਜੋ ਹੁਣ ਸਤਿਗੁਰੂ ਆਪਾਂ ਨੂੰ ਇਹ ਤੋੜਨ ਵਾਸਤੇ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Ai Guru 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ ਫਿਰ ਇਹ ਜਿਹੜੀ ਸਾਡੀ ਦੀਵਾਰ ਕੂੜ ਦੀ ਪਾਲ ਬਣੀ ਖੜੀ ਹੈ ਫਿਰ ਇਹ ਟੁੱਟਦੀ। ਔਰ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਚੱਲਦੇ ਫਿਰਦੇ ਕੰਮ ਕਾਰ ਕਰਦੇ ਤਾਂ ਕਿ ਦੀਵਾਰ ਨੂੰ ਅਸੀਂ ਤੋੜ ਸਕੀਏ। ਅਤੇ ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ ਸਹਿਜ ਦੇ ਨਾਲ ਵਿਚਾਰਨਾ, ਕਾਹਲੀ ਨਹੀਂ ਪੈਣਾ। ਜਦੋਂ ਅਸੀਂ ਸਹਿਜ ਦੇ ਨਾਲ ਵਿਚਾਰਾਂਗੇ ਤਾਂਹੀਓ ਹਰ ਇੱਕ ਸ਼ਬਦ ਦੇ ਵਿੱਚ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਰਹਾਓ ਅੰਤ ਵੀ ਰੁਕੋ, ਠਹਿਰਾ ਕਰੋ, ਥੋੜ੍ਹਾ ਵਿਚਾਰੋ ਪਹਿਲਾਂ ਫਿਰ ਅੱਗੇ ਚੱਲੋ। ਔਰ ਜਦੋਂ ਅਸੀਂ ਸਹਿਜ ਦੇ ਨਾਲ ਵਿਚਾਰਾਂਗੇ ਸਾਡਾ ਮਨ ਪਾਸੇ ਨਹੀਂ ਜਾਏਗਾ ਅਤੇ ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ 'ਤੇ ਸਾਡਾ ਮਨ ਧੋਤਾ ਜਾਏਗਾ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਾਂਗੇ ਉਨਾ ਹੀ ਸਾਨੂੰ ਲਾਭ, ਉਨਾ ਹੀ ਸਾਨੂੰ ਲਾਹਾ ਹੈ। ਮਹਾਰਾਜ ਤਾਂਹੀਓ ਫਰਮਾਉਂਦੇ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੀ ਜੋ ਕੀਨੋ ਸੋ ਲਾਭ। ਵੀ ਜਿੰਨੀ ਅਸੀਂ ਸਤ ਸੰਗਤ ਕਰਾਂਗੇ ਸਾਨੂੰ ਲਾਭ ਹੀ ਲਾਭ, ਸਾਨੂੰ ਲਾਹਾ ਹੀ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਣੀ ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ
ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ ਅਤੇ ਆਪਣਾ ਮਨ ਵੀ ਇਹ ਗੁਰੂ ਦੀ ਮੱਤ ਲੈ ਕੇ ਗਿਆਨ ਲੈ ਕੇ ਇਹ ਵੀ ਘਰ ਚਲਾ ਜਾਵੇ ਅਤੇ ਇਹ ਵੀ ਆਪਦੇ ਜੀਵਨ ਦਾ ਲਾਹਾ ਕੱਟ ਜੇ। ਜਿਸ ਮਕਸਦ ਵਾਸਤੇ ਸਾਨੂੰ ਇਹ ਜੀਵਨ ਮਿਲੇ ਹੈ, ਅਸੀਂ ਇਸ ਜੀਵਨ ਦਾ ਜਿਹੜਾ ਮਨੋਰਥ, ਉਸ ਮਨੋਰਥ ਨੂੰ ਪੂਰਾ ਕਰਕੇ ਖੁਸ਼ੀ ਖੁਸ਼ੀ ਆਪਦੇ ਘਰ ਵਾਪਸ ਜਾਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।